गईयां ਜਦੋਂ कि 10वीं बेस ਤੇ ਭਰਤੀ ਕੀਤੀ ਜਾ ਰਹੀ ਹੈ ਉਹ ਡਿਪਲੋਮਾ ਕਰਾਇਆ ਜਾ ਰਿਹਾ ਤੇ ਭਰਤੀ ਕਿਉਂ ਨਹੀਂ ਕੀਤੀ ਜਾ ਰਹੀ। ਬੀਐਡ ਰੱਖੀ ਸੀਗੀ ਜੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਪੋਸਟਾਂ ਕੱਢੀਆਂ ਤੇ ਉਹ ਸਿਰਫ 250 ਪੋਸਟਾਂ ਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ 250 ਨਾਲੋਂ ਜ਼ਿਆਦਾ ਜਣੇ ਤਾਂ ਇੱਥੇ ਬੈਠੇ ਹੋਏ ਨੇ ਤੇ ਇੰਨੀਆਂ ਘੱਟ ਪੋਸਟਾਂ ਤੁਸੀਂ ਕੱਢ ਰਹੇ। ਇਹੀ ਕਹਿਣਾ ਚਾਹਾਂਗੇ ਜੀ ਸਾਨੂੰ ਵੀ ਰੁਜ਼ਗਾਰ ਦੇਣ ਜਿਹੜਾ ਵੀ ਸਾਡਾ ਆਰਟ ਐਂਡ ਕਰਾਫਟ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨ। ਅਸੀਂ ਨਵੀਂ ਸਰਕਾਰ ਬਣਾਈ ਇਸੇ ਕਰਕੇ ਬਣਾਈ ਹੈ ਹਨਾ ਕਿ ਸਾਡੀ ਮੰਗ ਪੂਰੀ ਕਰੇਗੀ ਹਨਾ ਮੰਗਾਂ ਸੁਣਨਗੀਆਂ ਤੇ ਜੇ ਅੱਕ ਚੁੱਕੇ ਸੀਗੇ ਹਾਂਜੀ ਪਹਿਲੇ ਤੋਂ ਅੱਕ ਚੁੱਕੇ ਸੀ ਹਨਾ ਦੇਖੋ ਅਸੀਂ ਪਹਿਲੇ ਵੀ ਸਰਕਾਰ ਨੂੰ ਇਹ ਸਾਡੇ ਹੱਕ ਮੀਠੇਰ 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 ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਸਾਡੇ ਹੱਕ ਪੰਜਾਬ ਸਰਕਾਰ ਪੰਜਾਬ ਸਰਕਾਰ ਮੀਠੇਰ 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 ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਪੰਜਾਬ ਸਰਕਾਰ ਮੁਰਦਾਬਾਦ ਮੀਠੇਰ ਮੀਠੇਰ हाँ जी मैम तुसी की कहना चाहोगे इन्नी धुप्प तेज है जी है ना तुसी अपनी जान की परवाह करके भी इत्थे खड़े हो की कहना चाहोगे सिक्ख्या मंत्री ਨੂੰ ਸਿੱਖਿਆ ਮੰਤਰੀ ਨੂੰ ਇਹੀ ਕਹਿਣਾ ਚਾਹਾਂਗੇ ਜੀ ਸਾਨੂੰ ਵੀ ਰੁਜ਼ਗਾਰ ਦੇਣ ਜਿਹੜਾ ਵੀ ਸਾਡਾ ਆਰਟ ਐਂਡ ਕਰਾਫਟ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨ। ਅਸੀਂ ਘਰੇ ਆਪਦੀ ਫੈਮਿਲੀ ਛੱਡ ਕੇ ਆਏ ਬੈਠੇ ਹਾਂ ਕਈ ਗਰਲਸ ਨੇ। हाँ जी ਹਾਂਜੀ ਸਰ ਅਸੀਂ ਅੱਜ ਇੱਥੇ ਆਏ ਹੋਏ ਹਾਂ ਬਰਨਾਲਾ ਤੇ ਹਨਾ ਤੇ ਅਸੀਂ ਇਹੀ ਉਮੀਦ ਲੈ ਕੇ ਆਏ ਹੋਏ ਹਾਂ ਕਿ ਸਿੱਖਿਆ ਮੰਤਰੀ ਸਾਡੀ ਗੱਲ ਸੁਣਨ। जगह तो हैं तुसी ਅਸੀਂ ਬਟਾਲੇ ਤੋਂ ਆਏ ਹੋਏ ਹਾਂ ਜੀ। ਹਾਂਜੀ सारी बटाले तो अलग अलग है ਨਹੀਂ ਅਲੱਗ-ਅਲੱਗ ਏਰੀਏ ਤੋਂ ਸਾਰੇ ਜਾਣੇ ਕੋਈ ਬਰਨਾਲੇ ਤੋਂ ਕੋਈ ਬਠਿੰਡਾ ਹੈ ਸੰਗਰੂਰ ਹੈ ਸਾਰੇ ਬਣੇ ਸਾਰੇ ਵੱਖਰੇ ਅਲੱਗ ਜ਼ਿਲ੍ਹੇ ਤੋਂ ਆਏ ਹੋਏ ਨੇ। ਹਾਂਜੀ अच्छा जी छोटी फाइल अगे ਦਿੱਤੀ नहीं ना ਨਹੀਂ ਕੋਈ ਨਹੀਂ ਅਸੀਂ ਹੁਣ ਪਿੱਛੇ ਜੇ ਆਪਣੇ ਐਮਐਲਏ ਨਾਲ ਵੀ ਨਾ ਮੀਟਿੰਗ ਕੀਤੀ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਅੱਗੇ ਮੰਗ ਪੱਤਰ ਪਹੁੰਚਾਇਆ ਕਿ ਨਹੀਂ ਪਹੁੰਚਾਇਆ ਸਾਨੂੰ ਇਹ ਪਤਾ ਨਹੀਂ ਹਜੇ ਤੱਕ ਹਨਾ ਤੇ ਨਾ ਹੀ ਕੁਝ ਦੱਸਦੀ ਸਰਕਾਰ ਜਦੋਂ ਅਸੀਂ ਪੁੱਛਦੇ ਹਾਂ ਆਪਣੀ ਡੇਟ ਪੁੱਛਦੇ ਹਾਂ ਨਾ ਕਿ ਸਾਨੂੰ ਕਿਸ ਦਿਨ ਤੱਕ ਤੁਸੀਂ ਡੇਟ ਦੋਗੇ ਸਾਡੀ ਗੱਲ ਕਿਸ ਦਿਨ ਤੱਕ ਸੁਣੋਗੇ ਹਨਾ ਉਹ ਅੱਗੇ ਕੁਝ ਬੋਲਦੀ ਨਹੀਂ ਹੈ ਦੱਸਦੀ ਨਹੀਂ ਸਰਕਾਰ ਸਾਨੂੰ ਕੁਝ ਵੀ ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਸੀਂ ਨਵੀਂ ਸਰਕਾਰ ਬਣਾਈ ਇਸੇ ਕਰਕੇ ਬਣਾਈ ਹੈ ਹਨਾ ਕਿ ਸਾਡੀ ਮੰਗ ਪੂਰੀ ਕਰੇਗੀ ਹਨਾ ਮੰਗਾਂ ਸੁਣਨਗੀਆਂ ਤੇ ਜੇ ਅੱਕ ਚੁੱਕੇ ਸੀਗੇ ਹਾਂਜੀ ਪਹਿਲੇ ਤੋਂ ਅੱਕ ਚੁੱਕੇ ਸੀ ਹਨਾ ਦੇਖੋ ਅਸੀਂ ਪਹਿਲੇ ਵੀ ਸਰਕਾਰ ਨੂੰ ਇਹੀ ਮੰਗ ਕੀਤੀ ਸੀ 10th ਬੇਸ ਤੇ ਹਨਾ ਟੈਸਟ ਨਿਕਲਣਾ ਚਾਹੀਦਾ ਜੋ ਸਟਾਰਟਿੰਗ ਤੋਂ 10th ਬੇਸ ਤੇ ਹੀ ਨਿਕਲਦੀ ਪਈਆਂ ਜੋਬਸ ਤੇ ਫਿਰ ਕਿਉਂ ਹਨਾ ਇਹਨਾਂ ਨੇ ਬੀਏ ਫਾਈਨ ਆਰਟ ਜਿਹੜੀ ਕਰ ਦਿੱਤੀ ਗਈ ਹੋਈ ਆ ਤੇ ਇਸ ਤਰ੍ਹਾਂ ਜੇ ਜਦ ਪਹਿਲੇ ਹਨਾ ਜੇ ਸਾਨੂੰ ਜੇ ਡਿਪਲੋਮਾ ਕਰਾਉਂਦੇ ਉਦੋਂ ਹੀ ਕਹਿਣ ਕਿ ਇਹ ਚੀਜ਼ਾਂ ਵਾ 10th ਬੇਸ ਤੇ ਜੇ ਡਿਪਲੋਮਾ ਕਰਾ ਰਹੇ ਹੋ ਹਨਾ ਤੇ ਫਿਰ 10th ਬੇਸ ਤੇ ਜੋਬਸ ਕਿਉਂ ਨਹੀਂ ਕੱਢ ਰਹੇ ਹੈਗੇ। ਸਾਡੀ ਇਹ ਮੰਗ ਆ ਕਿ 10th ਬੇਸ ਤੇ ਹੀ ਜੋਬ ਕੱਢੀਆਂ ਜਾਣ 10th ਬੇਸ ਤੇ ਜੇ ਦਿੱਤੀ ਆ ਤੇ ਦਿੱਤੀ ਜਾਵੇ ਪਹਿਲੇ। ਜੇ ਇਹਨਾਂ ਨੇ ਬੀਐਡ ਜਾਂ ਬੀਏ ਬੇਸ ਤੇ ਸਾਨੂੰ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਦੇਣੀਆਂ ਸੀ ਤੇ ਸਾਨੂੰ ਪਹਿਲਾਂ ਇਹ ਕਿਉਂ ਨਹੀਂ ਕਿਹਾ ਗਿਆ ਵੀ ਤੁਸੀਂ ਬੀਏ ਕਰੋ ਜਾਂ ਬੀਐਡ ਕਰੋ ਉਸ ਤੋਂ ਬਾਅਦ ਚੋਂ ਆਰਟ ਐਂਡ ਕਰਾਫਟ ਕਰੋ ਫਿਰ ਤੁਹਾਨੂੰ ਅਸੀਂ ਅਪਲਾਈ ਕਰਾਂਗੇ ਇਹਦੇ ਵਾਸਤੇ ਐਲੀਜੀਬਲ ਕਰਾਂਗੇ। ਤੇ ਇੱਕ ਕਈ ਇਹੋ ਜਿਹੇ ਨੇ ਵੀਰ ਜੀ ਜਿਨ੍ਹਾਂ ਦਾ 2004 2006 ਦਾ ਡਿਪਲੋਮਾ ਕੀਤਾ ਹੋਇਆ ਉਹ ਕੋਈ ਪੋਸਟਾਂ ਨਹੀਂ ਕੱਢੀਆਂ ਓਵਰ ਏਜ ਹੋ ਚੁੱਕੇ ਆ ਉਹਨਾਂ ਦਾ ਦੱਸੋ ਉਹਨਾਂ ਦਾ ਕੀ ਬਣੂਗਾ ਅੱਗੇ। 13 ਸਾਲ ਹੋ ਗਏ ਨੇ ਨਹੀਂ ਜੋਬਸ ਨੇ ਕੱਢੀਆਂ ਹੋਈਆਂ ਇਹਨਾਂ ਨੇ ਜੇ 2013 ਚ ਕੱਢੀਆਂ ਸੀ ਹਨਾ ਕੁਝ ਪੋਸਟਾਂ ਕੱਢੀਆਂ ਸੀ ਉਹ 'ਚ ਵੀ ਬੀਏ ਫਾਈਨ ਆਰਟ ਇਹਨਾਂ ਨੇ ਲਗਾ ਦਿੱਤੀ ਹਨਾ ਫਿਰ ਇਸੇ ਤਰ੍ਹਾਂ ਜੇ ਨਹੀਂ ਹੀ ਅਸੀਂ ਕੁਝ ਬੋਲੇ ਹਨਾ ਤੇ ਇਹ ਹੌਲੀ ਹੌਲੀ ਆਪਣੀ ਮੰਗ ਵਧਾਉਂਦੇ ਹੀ ਗਏ ਹੋਏ ਨੇ। ਹੁਣ ਉਹਨਾਂ ਨੇ ਕਹਿ ਦਿੱਤਾ ਟੈਟ ਕਲੀਅਰ ਹੋਣਾ ਚਾਹੀਦਾ ਹੈ। ਦੇਖੋ ਜੇ ਅਸੀਂ ਬੀਐਡ ਕਰਕੇ ਟੈਟ ਕਲੀਅਰ ਕਰਨਾ ਜੇ ਅਸੀਂ ਹਨਾ ਡਰਾਇੰਗ ਦੇ ਕੋਰਸ ਵਿੱਚ ਹੀ ਇਹ ਸਭ ਕਰਨਾ ਹੈ ਤੇ ਫਿਰ ਪਹਿਲੇ ਕਿਉਂ ਸਾਨੂੰ 10th ਬੇਸ ਤੇ ਇਹਨਾਂ ਨੇ ਡਿਪਲੋਮੇ ਕਰਾਏ ਹੋਏ ਨੇ ਪਹਿਲੇ ਬੋਲਦੇ ਕਿ 10th ਬੇਸ ਦੇ ਆਧਾਰ ਤੇ ਨਹੀਂ ਸਾਨੂੰ ਤੁਹਾਨੂੰ ਬੀਐਡ ਦੇ ਆਧਾਰ ਤੇ ਮਿਲਣਾ ਫਿਰ ਅਸੀਂ ਉਸ ਚੀਜ਼ਾਂ ਕਰ ਲੈਂਦੇ। ਸਾਡੀ ਹੁਣ ਓਵਰਏਜ ਹੋ ਰਹੀ ਹੈ ਨਾ ਹਰ ਇੱਕ ਦੀ ਜੇ ਓਵਰਏਜ ਹਰ ਇੱਕ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਕਈਆਂ ਦੀ ਤੇ 3-3 4-4 ਮਹੀਨੇ ਰਹਿ ਗਈ ਹੋਈ ਹੈ। ਜੇ ਅੱਜ ਵੀ ਇਹ ਗੱਲ ਨਹੀਂ ਸੁਣਦੇ ਹਨਾ ਤੇ ਫਿਰ ਸਾਡੇ ਹੱਕ ਦੇ ਸਾਰੇ ਮਾਰੇ ਗਏ ਹੋਏ ਨੇ ਕਿਸੇ ਤੇ। ਅਸੀਂ ਬਸ ਇਹ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਬੇਰੁਜ਼ਗਾਰਾਂ ਲਈ ਆਪਣਾ ਹਰਾ ਪੈਨ ਚੱਕਾਂਗੇ ਤੇ ਫਿਰ ਚੱਕੋ ਹਨਾ ਜਲਦੀ ਚੱਕੋ ਕਿ ਜਿਹੜੇ ਬੈਠੇ ਨੇ ਇੰਨੇ ਓਵਰਏਜ ਹੋ ਰਹੇ ਨੇ ਕਮ ਸੇ ਕਮ ਹਨਾ ਉਹਨਾਂ ਦੀ ਲਈ ਤਾਂ ਸੁਣੋ ਕਿਤੇ ਨਾ ਕਿਤੇ ਤੇ ਇਹ ਚੀਜ਼ਾਂ ਅਸੀਂ ਬੇਨਤੀ ਕਰਦੇ ਉਹਨਾਂ ਨੂੰ ਕਿ ਸਾਡੀ ਮੰਗ ਜਿਹੜੀ ਪੂਰੀ ਕੀਤੀ ਜਾਵੇ। ਸਵੇਰ ਦੇ ਧੁੱਪ 'ਚ ਖੜੇ ਹੋ ਕਿਸੇ ਨੇ ਆ ਕਿਸੇ ਨੂੰ ਕੋਈ ਵਿਸ਼ਵਾਸ ਦਵਾਇਆ ਕੋਈ ਪਹੁੰਚੇ ਇੱਥੇ ਕੋਈ ਅਧਿਕਾਰੀ ਜੀ? ਨਹੀਂ ਵੀਰ ਜੀ ਹਜੇ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਤੇ ਬਾਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਤੋਂ 20 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਦੇ ਪੀਟੈਟ ਦੇ ਪੇਪਰ ਚੱਕ ਲੈਣ ਉਹਨਾਂ ਦੇ ਵਿੱਚ ਦੱਸਣ ਕਿ ਸਾਨੂੰ ਆਰਟ ਐਂਡ ਕਰਾਫਟ ਦਾ ਜੇ ਇੱਕ ਵੀ ਕੁਐਸਚਨ ਹੋਵੇ ਜਦੋਂ ਆਰਟ ਐਂਡ ਕਰਾਫਟ ਦਾ ਪੀਟੈਟ ਦਾ ਕੋਈ ਲਿੰਕ ਹੀ ਨਹੀਂ ਹੈਗਾ ਫਿਰ ਕਾਹਦੇ ਵਾਸਤੇ ਪੀਟੈਟ ਐਲੀਜੀਬਲ ਕਰ ਰਹੇ ਆ ਇਹ? ਡਰਾਇੰਗ ਦੇ ਨਾਲ ਤਾਂ ਕੋਈ ਲਿੰਕ ਹਾਂਜੀ ਡਰਾਇੰਗ ਦਾ ਸਕੂਲਾਂ ਦੇ ਵਿੱਚ ਡਰਾਇੰਗ ਕਰਵਾਉਣੀ ਹੈ ਜਾਂ ਉਹਦੇ ਨਾਲ ਇਹਦਾ ਕੀ ਲਿੰਕ ਹੈ? ਇਹ ਤਾਂ ਹਰਾਸ਼ ਹੀ ਕਰਨ ਦਾ ਮਤਲਬ ਆ ਨਾ ਉਹਨਾਂ ਦਾ ਵੀ ਸਾਨੂੰ ਹਰਾਸ਼ ਕਰ ਰਹੇ ਨੇ।
ਠੀਕ ਹੈ। ਜਿਨ੍ਹਾਂ ਨੇ ਹੁਣ ਅਸੀਂ 2006-7 ਦੇ ਵਿੱਚ ਕੀਤੀ ਹੋਈ ਹੈਗੀ ਡਿਪਲੋਮਾ ਤੁਸੀਂ ਲਗਾ ਲਓ, ਤਾਂ ਉਹਨਾਂ ਦੀ ਤਾਂ ਹੁਣ ਓਵਰ ਏਜ ਹੋ ਜੂਗੀ, ਜਿਵੇਂ ਸਾਡੇ ਵਰਗੇ ਜਿਹੜੇ। ਨਹੀਂ ਜਾਣਬੁੱਝ ਕੇ ਟਾਈਮ ਲੰਘਾਇਆ ਜਾਂਦਾ, ਕੀ ਕਹੋਗੇ? ਜਾਣਬੁੱਝ ਕੇ ਨਿਗਾਇਆ ਜਾ ਰਿਹਾ ਵੀਰੇ, ਅੱਗੇ ਅੱਗੇ ਡੇਟ ਵਧਾਈ ਜਾ ਰਹੀ ਹੈ। ਜਿਹੜੀਆਂ 250 ਪੋਸਟਾਂ ਕੱਢੀਆਂ ਗਈਆਂ, ਇਹ ਜਾਣਬੁੱਝ ਕੇ ਅੱਗੇ ਅੱਗੇ ਨਿਗਾਉਣ ਦਾ ਟਾਈਮ ਆ। ਜੇ ਹੁਣ ਆਹ ਸਾਲ ਲੰਘ ਗਿਆ, ਫਿਰ 2 ਸਾਲ 3 ਸਾਲ 4 ਸਾਲ 5 ਸਾਲ ਹੀ ਲੰਘ ਜਾਣੇ ਆ, ਜੇ ਹੁਣ ਨਾ ਇਹਨਾਂ ਨੇ ਕੁਝ ਕੀਤਾ ਸਾਡੀਆਂ ਪੋਸਟਾਂ ਦਾ। ਕੰਡੀਸ਼ਨਸ ਰੱਖੀਆਂ ਹੋਈਆਂ ਹੈ, ਕੋਈ ਵੀ ਅਵੇਲੇਬਲ ਨਹੀਂ, ਐਲੀਜੀਬਲ ਨਹੀਂ ਆ ਕਿ ਅਸੀਂ ਇਹ ਫਿਲਅਪ ਕਰ ਸਕੀਏ। ਡੇਟ ਤੇ ਐਕਸਟੈਂਡ ਕਰ ਦਿੰਦੇ ਆ, ਬਟ ਉਹਦੇ ਵਿੱਚ ਕੋਈ ਜਿਹੜਾ ਮੰਗ ਪੱਤਰ ਸਾਡਾ, ਉਹਦੇ ਵਿੱਚ ਕੋਈ ਇਹਨਾਂ ਸ਼ੋਧ ਨਹੀਂ ਕੀਤੀ, ਇੰਪਰੂਵਮੈਂਟ ਨਹੀਂ ਹੋਈ, ਸੇਮ ਹੀ ਆ, ਤੇ ਅਸੀਂ ਓਵਰ ਏਜ ਹੋ ਰਹੇ ਹਾਂ। ਸਿਰਫ ਚੰਡੀਗੜ੍ਹ ਅਸੀਂ ਤੜਕੇ अर्ਲੀ ਮਾਰਨਿੰਗ ਤੋਂ ਜਿਹੜੇ ਹੈਗੇ ਆ, ਕੋਈ 2 o'clock 1 o'clock ਜਿਹੜੇ ਨਿਕਲੇ ਹੋਏ ਆ, ਇੰਨੀ ਧੁੱਪ ਦੇ ਵਿੱਚ ਅਸੀਂ ਜਿਹੜੇ ਆ ਸੜਕਾਂ ਤੇ ਖੜੇ ਆ, ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ। ਹਾਂਜੀ ਮੈਮ। ਇਹਨਾਂ ਸਾਰਿਆਂ ਦਾ ਇਹ ਕਹਿਣਾ ਹੈ ਕਿ ਇੰਨੀ ਧੁੱਪ ਦੇ ਵਿੱਚ ਜਿਹੜੇ ਟੀਚਰ ਆ ਕੇ ਖੜੇ ਨੇਗੇ, ਇਹਨਾਂ ਨੂੰ ਜਾਣਬੁੱਝ ਕੇ ਹਰਾਸਮੈਂਟ ਕੀਤਾ ਜਾਂਦਾ। ਇਹਨਾਂ ਦੀਆਂ ਜੋ ਮੰਗਾਂ ਨੇ, ਅੱਜ ਤੋਂ 5-6 ਵਾਰ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਹਰ ਵਾਰ ਵਿਸ਼ਵਾਸ ਦਿਵਾਇਆ ਜਾਂਦਾ ਕਿ ਤੁਹਾਡੇ ਜਿਹੜੇ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ, ਪਰ ਮੰਗਾਂ ਉਸੇ ਤਰ੍ਹਾਂ ਇਹਨਾਂ ਲੜਕਦੀਆਂ ਨੇ। ਦੇਖਦੇ ਹਾਂ ਕਿ ਅੱਜ ਇਹਨਾਂ ਧਰਨਾ ਲੱਗਣ ਤੋਂ ਬਾਅਦ ਮੀਤ ਹੇਅਰ ਸਿੱਖਿਆ ਮੰਤਰੀ ਇਹਨਾਂ ਨੂੰ ਆ ਕੇ ਕੀ ਵਿਸ਼ਵਾਸ ਦਿਵਾਉਂਦੇ ਨੇ, ਜਾਂ ਇਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਜਿਵੇਂ ਤੁਹਾਨੂੰ ਅੱਜ ਇਹਨਾਂ ਕਚਹਿਰੀ ਚੌਕ ਦੀਆਂ ਤਸਵੀਰਾਂ ਦਿਖਾਈਆਂ ਤੁਹਾਡੇ ਸਾਹਮਣੇ, ਇਸੇ ਤਰ੍ਹਾਂ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਡੇ ਨਾਲ ਇਸ ਵਕਤ ਕਚਹਿਰੀ ਚੌਕ ਦੇ ਟੀਚਰ ਮੌਜੂਦ ਨੇ, ਜਿਨ੍ਹਾਂ ਨੇ ਕਚਹਿਰੀ ਚੌਕ ਦੇ ਅੱਗੇ ਧਰਨਾ ਲਾਇਆ ਗਿਆ, ਸਿੱਖਿਆ ਮੰਤਰੀ ਦਾ ਵਿਰੋਧ ਕੀਤਾ ਗਿਆ। ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਗਾ। ਹਾਂਜੀ ਮੈਮ। ਹਾਂਜੀ, ਮੈਂ ਆਰਟ ਐਂਡ ਕਰਾਫਟ ਬੇਰੁਜ਼ਗਾਰ ਯੂਨੀਅਨ ਤੋਂ ਬੋਲ ਰਹੀ ਹਾਂ। ਤੇ ਸਰ, ਸਾਡੀਆਂ ਮੰਗਾਂ ਇਹ ਹੈਗੀਆਂ ਕਿ ਡਰਾਇੰਗ ਦੀਆਂ ਕਿੰਨੇ ਸਾਲਾਂ ਤੋਂ ਵੀ ਪੋਸਟਾਂ ਨਹੀਂ ਕੱਢੀਆਂ ਗਈਆਂ, ਜਦੋਂ ਕਿ 10ਵੀਂ ਬੇਸ ਤੇ ਭਰਤੀ ਕੀਤੀ ਜਾ ਰਹੀ ਹੈ, ਉਹ ਡਿਪਲੋਮਾ ਕਰਾਇਆ ਜਾ ਰਿਹਾ, ਤੇ ਭਰਤੀ ਕਿਉਂ ਨਹੀਂ ਕੀਤੀ ਜਾ ਰਹੀ? ਠੀਕ ਹੈ। ਤੇ ਇਹਦੀਆਂ ਪੋਸਟਾਂ ਇੰਨੇ ਸਾਲਾਂ ਬਾਅਦ ਇਹਨਾਂ ਨੇ ਕੱਢੀਆਂ, ਉਹਦੇ ਵਿੱਚ ਇੰਨੀ ਹਾਈ ਕੁਆਲੀਫਿਕੇਸ਼ਨ ਕਰਤੀ ਹੈ ਕਿ ਡਿਪਲੋਮਾ ਹੋਲਡਰ ਵੀ ਬਾਹਰ ਹੋ ਗਏ ਹੈ। ਠੀਕ ਹੈ, ਉਹਨਾਂ ਦੀ ਜਿਹੜੀ ਹੈ ਨਾਲ BA ਫਾਈਨ ਆਰਟ ਲਾਤੀ ਹੈ, ਤੇ BEd PTET ਸਾਰਾ ਕੁਝ ਨਾਲ ਜੋੜਤਾ, ਤੇ ਫਿਰ ਜੋ ਤੁਸੀਂ 10ਵੀਂ ਬੇਸ ਤੇ ਡਿਪਲੋਮਾ ਕਿਉਂ ਕਰਵਾ ਰਹੇ ਹੋ? ਉਹ ਇਹਨਾਂ ਦੇ ਗਰੀਬ ਬੱਚਿਆਂ ਦਾ ਪੈਸਾ ਕਿਉਂ ਲਗਵਾ ਰਹੇ ਹੋ? ਕਿ ਇਹ ਤਾਂ ਸਿਰਫ ਮਾਸਟਰ ਕੈਡਰ ਦੀਆਂ ਪੋਸਟਾਂ 250 ਦੇ ਕੇ ਨਾ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਗਿਆ। ਜਿਹੜੇ ਹਨ ਬੇਰੁਜ਼ਗਾਰ ਜੋ ਡਿਪਲੋਮਾ ਹੋਲਡਰ ਨੇ, ਇਹਨਾਂ ਨਾਲ ਬਹੁਤ ਕੋਝਾ ਮਜ਼ਾਕ ਕੀਤਾ ਗਿਆ ਸਰਕਾਰ ਵੱਲੋਂ, ਤੇ ਸਾਨੂੰ ਇਹਨਾਂ ਤੇ ਬਹੁਤ ਉਮੀਦ ਸੀ। ਸਾਡੀਆਂ ਲਗਾਤਾਰ ਇਹਨਾਂ ਨਾਲ ਮੀਟਿੰਗ ਹੋ ਰਹੀਆਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤਾਂ ਕਰਕੇ ਜੋ ਹੈ ਅਸੀਂ ਇੱਥੇ ਆਏ ਹਾਂ ਆਪਦਾ। ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਜੀ, ਮੈਂ ਅਬੋਹਰ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਹਾਂ, ਚਰਨਜੀਤ ਕੁਮਾਰੀ। ਓਕੇ, ਤੁਸੀਂ ਸਾਰੇ ਉੱਥੋਂ ਆਏ ਜੀ, ਅਲੱਗ-ਅਲੱਗ ਜਗ੍ਹਾ ਤੋਂ? ਅਸੀਂ ਸਾਰੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ ਤੋਂ, ਹੋਰ ਵੀ ਕਈ ਜਗ੍ਹਾ ਤੋਂ, ਸਾਰੇ ਪੰਜਾਬ ਦੇ ਜ਼ਿਲ੍ਹੇ ਜਿਹੜੇ ਹੈਗੇ ਉਹਨਾਂ 'ਚ ਸਾਰਿਆਂ ਤੋਂ ਇਕੱਠੇ ਹੋ ਕੇ ਆਏ ਆ। ਠੀਕ ਹੈ। ਹਾਂਜੀ। ਤਾਂ ਜਿਵੇਂ ਤੁਸੀਂ ਕਿੰਨੇ ਟਾਈਮ ਦੇ ਬੈਠੇ ਹੋ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਨੂੰ ਇੱਥੇ ਧਰਨੇ ਤੋਂ? ਅਸੀਂ ਸਵੇਰ ਸਰ 3 ਵਜੇ ਦੇ ਘਰਾਂ ਤੋਂ ਨਿਕਲੇ ਹਾਂ। ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਸਾਡੇ ਹਜੇ ਤੱਕ ਕੋਈ ਜਿਹੜਾ ਹੈ ਸਾਨੂੰ ਸੁਣਵਾਈ ਨਹੀਂ ਹੋ ਰਹੀ, ਨਾ ਕੋਈ ਇੱਥੇ ਕੋਈ ਆ ਕੇ ਅਫਸਰ ਸਾਡੀ ਸੁਣਵਾਈ ਕਰ ਰਿਹਾ। ਸਾਨੂੰ ਬਸ 10 ਦਿਨਾਂ ਨੂੰ ਇੱਕ ਵਾਰੀ ਬੁਲਾਇਆ, ਕਹਿੰਦੇ ਸਾਡੀ ਉੱਥੇ ਗੱਲ ਸੁਣੀ ਜਾਵੇ, ਜਦੋਂ ਕਿ ਅਸੀਂ ਇੱਥੇ ਧੁੱਪੇ ਬੈਠੇ ਹਾਂ। ਅਸੀਂ ਲੜਕੀਆਂ ਇੰਨੀ ਦੂਰੋਂ ਆ ਕੇ ਇੱਥੇ ਧੁੱਪੇ ਬੈਠੇ ਅਸੀਂ ਆਪਦੀ ਹੱਕ ਦੀ ਲੜਾਈ ਲੜ ਰਹੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਇੱਥੇ ਜਿਹੜਾ ਕੋਈ ਅਧਿਕਾਰੀ ਮੰਨ ਲਓ ਤੁਹਾਨੂੰ ਕੋਈ ਵਿਸ਼ਵਾਸ ਦਿਵਾਉਣ ਲਈ ਆਇਆ, ਕੋਈ ਪ੍ਰਸ਼ਾਸਨ ਦਾ ਜਾਂ ਕੋਈ ਵਿਧਾਇਕ? ਅਜੇ ਤੱਕ ਕੋਈ ਵੀ ਨਹੀਂ ਆਇਆ। ਅਸੀਂ ਲਗਾਤਾਰ ਇੱਥੇ ਧੁੱਪੇ ਬੈਠੇ ਹਾਂ, ਸੰਘਰਸ਼ ਕਰ ਰਹੇ ਹਾਂ। ਅਸੀਂ ਬਿਲਕੁਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਰਹੇ ਹਾਂ, ਪਰ ਵੇਖ ਲਓ, ਤੁਸੀਂ ਵੇਖ ਸਕਦੇ ਹੋ ਸਾਰੇ ਆਰਾਮ ਨਾਲ ਬੈਠੇ ਆ। ਅਸੀਂ ਕੋਈ ਕਿਸੇ ਨਾਲ ਕੋਈ ਬਸ ਲੁੱਕ ਕੇ ਕਿਸੇ ਨਾਲ ਕੁਝ ਨਹੀਂ ਕੀਤਾ, ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਅੱਛਾ, ਜੇ ਮੰਨ ਲਓ ਤੁਸੀਂ ਇਸ ਧਰਨੇ ਤੇ ਬੈਠੇ ਹੋ, ਜੇਕਰ ਤੁਹਾਡੀ ਇਹ ਜਿਹੜੀ ਮੰਗ ਮੰਗੀ ਗਈ ਆ ਇਹ ਨਹੀਂ ਪੂਰੀ ਹੁੰਦੀ ਤਾਂ ਜਿਹੜਾ ਧਰਨਾ ਇਸ ਤਰ੍ਹਾਂ ਜਾਰੀ ਰਹੂਗਾ? ਕੀ? ਹਾਂਜੀ, ਜਾਰੀ ਰਹੇਗਾ। ਇਹ ਹੋਰ ਵੀ ਤੇਜ਼ ਕਰਾਂਗੇ। ਅਸੀਂ ਆਪਦੇ ਹੱਕ ਦੀ ਲੜਾਈ, ਅਸੀਂ ਆਪਦਾ ਹੱਕ ਲੈ ਕੇ ਜਾਵਾਂਗੇ। ਹਾਂਜੀ। ਇਹ ਸਿਰਫ ਮੇਰਾ ਨਾਮ ਰਜਵੰਤ ਕੌਰ ਹੈ, ਤੇ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ। ਇੱਥੇ ਵੱਖਰੇ ਵੱਖਰੇ ਜ਼ਿਲ੍ਹੇ ਤੋਂ ਸਾਰੇ ਜਿੰਨੇ ਵੀ ਸਾਥੀ ਨੇ ਇਕੱਠੇ ਹੋਏ ਆ, ਇਹ ਸਾਰੇ ਬੇਰੁਜ਼ਗਾਰ ਡਰਾਇੰਗ ਸੰਘਰਸ਼ ਕਮੇਟੀ ਦੇ ਮੈਂਬਰ ਆ। ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਕਿ ਤੁਸੀਂ ਜਿਹੜਾ 10ਵੀਂ ਦੇ ਬੇਸ 'ਤੇ ਹੁਣ ਵੀ ਤੁਸੀਂ ਡਿਪਲੋਮਾ ਕਰਵਾ ਰਹੇ ਹੋ, ਠੀਕ ਹੈ, ਤੇ ਤੁਸੀਂ ਕੁਆਲੀਫਿਕੇਸ਼ਨ ਰੱਖ ਰਹੇ ਹੋ BEd ਪਲੱਸ ਟੈਟ ਪਾਸ ਹੋਵੇ, ਫਿਰ ਤੁਸੀਂ ਇੱਕ ਐਂਟਰੈਂਸ ਟੈਸਟ ਵੀ ਦੇ ਰਹੇ ਹੋ ਕਿ ਜਿਹੜਾ ਪਾਸ ਕਰੂਗਾ ਉਹ ਫਿਰ ਅੱਗੇ ਆਰਟ ਐਂਡ ਕਰਾਫਟ ਦੀ ਜੋਬ ਲਊਗਾ। ਪਹਿਲੀ ਗੱਲ ਤਾਂ ਇਹ, ਜਿਹਨੇ PS ਟੈਟ 2 ਪਾਸ ਕੀਤਾ ਉਹਨੂੰ ਕੀ ਲੋੜ ਆ 10ਵੀਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ, ਡਰਾਇੰਗ ਟੀਚਰ ਲੱਗਣ ਦੀ? ਤੇ ਜੇ ਉਹਦਾ B ਟੈਸਟ 2 ਪਾਸ ਆ, ਟੈਸਟ ਦੂਜਾ, ਫਿਰ ਉਹ ਹਾਈ ਸਕੂਲ ਦੇ ਵਿੱਚ ਜਾ ਕੇ ਆਪਣੇ ਵਿਸ਼ਾ ਜਿਹੜੇ ਵਿੱਚ ਉਹਨੇ BEd ਕੀਤੀ ਆ ਉਹ ਕਰਾਊਗਾ। ਉਹਨੂੰ ਕੀ ਲੋੜ ਪਈ ਇੱਥੇ ਆ ਕੇ ਤੇ ਫਿਰ ਮਤਲਬ ਤੀਜਾ ਟੈਸਟ, ਜਿਹਦੇ 2 ਟੈਸਟ ਪਹਿਲਾਂ ਹੀ ਪਾਸ ਆ, ਉਹਨੂੰ ਕੀ ਲੋੜ ਆ ਤੀਜਾ ਟੈਸਟ ਪਾਸ ਕਰਕੇ ਫਿਰ ਇੱਕ 10ਵੀਂ ਲੈਵਲ ਦੀ ਜਿਹੜੀ ਜੋਬ ਕਰਨ ਦੀ? ਜਦੋਂ ਕਿ ਡਿਪਲੋਮਾ ਇਸੇ ਵਾਸਤੇ ਹੁੰਦਾ ਵਾ ਕਿ ਜੇ ਤੁਸੀਂ ਮਤਲਬ ਡਿਪਲੋਮਾ ਕੀਤਾ ਹੈ ਤੇ ਤੁਸੀਂ ਜਿਹੜੇ 10ਵੀਂ ਤੱਕ ਦਾ ਸਕੂਲ ਹੈ ਉਹਦੇ ਵਿੱਚ ਤੁਸੀਂ ਐਜ਼ ਏ ਡਰਾਇੰਗ ਟੀਚਰ ਲੱਗ ਸਕਦੇ ਹੋ। ਤੇ ਜੇ ਤੁਸੀਂ BEd ਰੱਖ ਰਹੇ ਹੋ, BA MA ਫਾਈਨ ਆਰਟ
ਰੱਖ ਰਹੇ ਹੋ BFA ਰੱਖ ਰਹੇ ਹੋ, ਉਹ ਤਾਂ ਫਿਰ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਣਗੇ। ਤੇ ਜੇ ਮੰਨ ਲਓ ਤੁਸੀਂ ਸਕੂਲ ਦੇ ਵਿੱਚ ਇੰਨੀ ਹਾਈ ਕੁਆਲੀਫਿਕੇਸ਼ਨ ਰੱਖ ਰਹੇ ਹੋ ਤੇ ਫਿਰ ਅੱਗੇ ਜਾ ਕੇ ਜਿਹਨਾਂ ਨੇ ਪ੍ਰੋਫੈਸਰ ਲੱਗਣੇ ਉਹਦੇ ਵਾਸਤੇ ਕੀ ਕੁਆਲੀਫਿਕੇਸ਼ਨ ਰੱਖੋਗੇ? ਠੀਕ ਹੈ ਨਾ। ਇੱਕ ਗੱਲ ਇਹ ਹੈ ਕਿ ਸਰਕਾਰ ਕਹਿ ਦਿੰਦੀ ਹੈ ਕਿ ਸਰਕਾਰੀ ਸਕੂਲ ਜਿਹੜੇ ਹੈਗੇ ਨੇ ਉਹ ਸਮਾਰਟ ਸਕੂਲ। ਮੈਂ ਪੁੱਛਣਾ ਚਾਹਾਂਗੀ ਕਿਸ ਤਰ੍ਹਾਂ ਸਮਾਰਟ ਸਕੂਲ ਹੈਗੇ ਨੇ? ਸਿਰਫ ਇੱਕ ਬਿਲਡਿੰਗ ਦੇ ਉੱਤੇ ਫੋਟੋਆਂ ਬਣਾਉਣ ਨਾਲ ਸਮਾਰਟ ਸਕੂਲ ਨਹੀਂ ਬਣਦੇ। ਜਿੰਨੀ ਦੇਰ ਤੱਕ ਉੱਥੇ ਦੇ ਟੀਚਰ ਸਮਾਰਟ ਨਾ ਹੋਣ, ਉੱਥੇ ਦੇ ਸਟੂਡੈਂਟ ਸਮਾਰਟ ਨਾ ਹੋਣ, ਜਿੰਨੀ ਦੇਰ ਤੱਕ ਸਕੂਲ ਦੇ ਵਿੱਚ ਸਮਾਰਟ ਐਕਟੀਵਿਟੀਜ਼ ਨਾ ਕਰਵਾਈਆਂ ਜਾਣ। ਹੁਣ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਨੇ ਉਹ ਗਵਰਨਮੈਂਟ ਸਕੂਲ ਦੇ ਨਾਲ ਕਿਉਂ ਅੱਗੇ ਨੇ? ਇਸੇ ਕਰਕੇ ਅੱਗੇ ਨੇ ਕਿਉਂਕਿ ਉੱਥੇ ਐਕਸਟਰਾ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਬੱਚੇ ਦੇ ਮਾਈਂਡ ਨੂੰ ਕ੍ਰੀਏਟ ਕਰਨ ਲਈ, ਉਹਦੇ ਮਾਈਂਡ ਨੂੰ ਮਤਲਬ ਕ੍ਰੀਏਟਿਵ ਬਣਾਉਣ ਲਈ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਤੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਨਾ ਕੋਈ PT ਟੀਚਰ, ਨਾ ਕੋਈ ਡਰਾਇੰਗ ਟੀਚਰ, ਤੇ ਬੱਚੇ ਕਿੱਥੋਂ ਇੰਨੇ ਐਕਟਿਵ ਹੋਣਗੇ? ਤੁਸੀਂ ਖੁਦ ਦੱਸੋ। ਜਿਹੜੀ ਸਰਕਾਰ ਹੁਣ ਕੀ ਕਰੇ? ਸਰਕਾਰ ਨੂੰ ਚਾਹੀਦਾ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਵਾ ਉਹਨਾਂ ਪੂਰੀਆਂ ਕਰਨ। ਜਿਹੜੀਆਂ ਇਹਨਾਂ ਨੇ 2014 ਦੇ ਵਿੱਚ ਲਾਸਟ ਟਾਈਮ ਇਹਨਾਂ ਨੇ ਵੈਕੈਂਸੀਆਂ ਕੱਢੀਆਂ ਸੀਗੀਆਂ, ਉਹਦੀ ਕੁਆਲੀਫਿਕੇਸ਼ਨ ਵੀ ਇਹਨਾਂ ਨੇ B.Ed ਰੱਖੀ ਸੀਗੀ। ਜੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਪੋਸਟਾਂ ਕੱਢੀਆਂ ਤੇ ਉਹ ਸਿਰਫ 250 ਪੋਸਟ ਆ। ਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ 250 ਨਾਲੋਂ ਜ਼ਿਆਦਾ ਜਣੇ ਤਾਂ ਇੱਥੇ ਬੈਠੇ ਹੋਏ ਨੇ ਤੇ ਇੰਨੀਆਂ ਘੱਟ ਪੋਸਟਾਂ ਤੁਸੀਂ ਕੱਢ ਰਹੇ ਹੋ। ਕਈ ਵਿਚਾਰੇ ਸਾਡੇ ਇਹੋ ਜਿਹੇ ਸਾਥੀ ਨੇ ਜਿਹੜੇ ਕੁਛ ਪਰਿਵਾਰਿਕ ਮੁਸ਼ਕਲਾਂ ਦੇ ਕਰਕੇ ਇੱਥੇ ਨਹੀਂ ਆ ਪਾਏ, ਉਹ ਵੀ ਵਿਚਾਰੇ ਆਪਣੇ ਘਰ ਬੈਠੇ ਨੇ। ਉਹਨਾਂ ਨੂੰ ਇਹੀ ਆਸਾਂ ਨੇ ਕਿ ਜੇ ਸਾਡੇ ਸਾਥੀ ਗਈ ਆ ਤੇ ਕੁਛ ਨਾ ਕੁਛ ਚੰਗੀ ਖਬਰ ਲੈ ਕੇ ਆਉਣਗੇ। ਤੇ ਬਾਕੀ ਸਰਕਾਰ ਆਉਣ ਤੇ ਲੋਕਾਂ ਦੀਆਂ ਉਮੀਦਾਂ ਜੁੜੀਆਂ ਸੀ ਹਨਾ, ਵੀ ਮਤਲਬ ਇੱਕ ਆਸਾ ਦੀ ਕਿਰਨ ਜਾਗੀ ਸੀ ਵੀ ਸਾਡੇ ਨਾਲ ਰੁਜ਼ਗਾਰ ਮਿਲੂਗਾ ਹਨਾ, ਤਾਂ ਮਤਲਬ ਸਾਡਾ ਪੰਜਾਬ ਆ ਜਿਹੜਾ ਸਾਡਾ ਵਧੀਆ ਬਣੂਗਾ ਜੀ। ਤਾਂ ਕਿੱਦਾਂ ਲੱਗ ਰਿਹਾ ਸਰ? ਲੱਗ ਤੇ ਤੁਹਾਨੂੰ ਵੀ, ਹੁਣ ਤੁਹਾਨੂੰ ਵੇਖ ਕੇ ਤੁਹਾਨੂੰ ਆਈਡੀਆ ਹੋ ਹੀ ਜਾਣਾ ਚਾਹੀਦਾ ਕਿ ਇੰਨੀ ਧੁੱਪ ਵਿੱਚ ਅਸੀਂ ਇੱਥੇ ਖਲੋਤੇ ਹਾਂ। ਇਸੇ ਕਰਕੇ ਖਲੋਤੇ ਹਾਂ ਕਿ ਸਾਨੂੰ ਇਹ ਇੱਕ ਆਸ ਹੈਗੀ ਆ ਕਿ ਅੱਜ ਲਾਸਟ ਡੇ ਆ ਤੇ ਲਾਸਟ ਮੂਮੈਂਟ ਦੇ ਉੱਤੇ ਵੀ ਆ ਕੇ ਕੋਈ ਨਾ ਕੋਈ ਤਬਦੀਲੀ ਹੋ ਸਕਦੀ ਆ। ਇਸੇ ਕਰਕੇ ਅਸੀਂ ਜੇ ਸਾਨੂੰ ਭਾਵੇਂ ਅਸੀਂ ਹੁਣ ਇਹਨਾਂ ਅੱਗੇ ਰਿਕੁਐਸਟ ਕੀਤੀ ਆ, ਜੇ ਉਹ ਮੰਨੀ ਜਾਂਦੀ ਆ ਤੇ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਸੈਟੀਸਫਾਈਡ ਆ, ਜੋ ਕਹਿਣਗੇ ਅਸੀਂ ਠੀਕ ਹੈ। ਤੇ ਜੇ ਸਾਡੀ ਗੱਲ ਨਹੀਂ ਮੰਨੀ ਜਾਂਦੀ ਅਸੀਂ ਫਿਰ ਬੈਰੀਅਰ ਤੋੜ ਕੇ ਅੱਗੇ ਨਿਕਲਾਂਗੇ, ਸਾਡੇ ਸਾਰੇ ਸਾਥੀ ਸਾਡੇ ਨਾਲ ਜਾਣਗੇ। ਤੇ ਇੱਕ ਗੱਲ ਮੈਂ ਇਹ ਵੀ ਚੀਜ਼ ਕਹਿਣਾ ਚਾਹਾਂਗੀ ਕਿ ਸਕੂਲਾਂ ਦੇ ਵਿੱਚ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ PT ਟੀਚਰਾਂ ਦੀਆਂ, ਡਰਾਇੰਗ ਟੀਚਰਾਂ ਦੀਆਂ। ਸਕੂਲ ਇਸ ਟਾਈਮ ਖਾਲੀ ਨੇ ਤੇ ਸੜਕਾਂ ਦੇ ਉੱਤੇ ਸਾਰੇ ਜਿਹੜੇ ਹੈਗੇ ਨੇ ਇੱਥੇ ਜਿਹੜੇ ਯੋਗਤਾ ਪ੍ਰਾਪਤ ਅਧਿਆਪਕ ਨੇ, ਠੀਕ ਹੈ ਨਾ, ਉਹ ਸਾਰੇ ਇੱਥੇ ਸੜਕਾਂ ਤੇ ਬੈਠੇ ਹੋਏ ਆ ਤੇ ਸਕੂਲ ਉੱਥੇ ਖਾਲੀ ਹੈ। ਤੁਸੀਂ ਦੱਸੋ ਫਿਰ ਕਿੱਦਾਂ ਸਮਾਰਟ ਸਕੂਲ ਬਣ ਸਕਦੀ ਹੈ ਗਵਰਨਮੈਂਟ ਸਕੂਲ? ਸੋ ਬੇਨਤੀ ਹੁਣ ਇਹੀ ਹੈ ਸਾਡੀ ਕਿ ਸਰਕਾਰ ਜਿਹੜੀ ਆ ਸਾਡੀਆਂ ਬੇਨਤੀਆਂ ਨੂੰ ਜਲਦ ਪੋਸਟਾਂ ਕੱਢੀਆਂ ਜਾਣ। ਇਖਤਿਆਰ ਸਾਡਾ ਡਰਾਇੰਗ ਟੀਚਰਾਂ ਦਾ ਜਲਦ ਤੋਂ ਜਲਦ ਕੱਢਿਆ ਜਾਵੇ। ਜੋ ਸੋਧ ਪੱਤਰ ਹੈ ਉਹਦੇ 'ਚ ਸੋਧ ਕੀਤੀ ਜਾਵੇ ਤੇ ਅੱਜ ਹੀ ਕੀਤੀ ਜਾਵੇ। ਇਹ ਸਾਡੀ ਮੰਗ ਹੈ ਵੀ ਜਿੰਨੇ ਵੀ ਸਾਡੇ ਜਿਹੜੇ ਬੇਰੁਜ਼ਗਾਰ ਸਾਥੀ ਸਾਰਿਆਂ ਨੂੰ ਮੌਕਾ ਮਿਲੇ ਅਪਲਾਈ ਕਰਨ ਦਾ, ਤੇ 10ਵੀਂ ਬੇਸ ਤੇ ਡਿਪਲੋਮਾ ਹੋਲਡਰ ਨੂੰ ਇਹ ਮੌਕਾ ਮਿਲੇ ਕਿ ਅਸੀਂ ਇਹ ਪੋਸਟਾਂ ਫਿਲ ਕਰ ਸਕੀਏ। ਪਹਿਲਾਂ ਵੀ ਸਾਡੇ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ MLA ਹੈਗੇ ਨੇ ਉਹਨਾਂ ਦੇ ਨਾਲ ਮੰਗ ਪੱਤਰ ਦੇ ਚੁੱਕੇ ਹੋਏ ਆ, ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡਾ ਮੰਗ ਪੱਤਰ ਅੱਗੇ CM ਤੱਕ ਪਹੁੰਚਾਇਆ ਹੀ ਨਹੀਂ ਗਿਆ। ਇਸ ਕਰਕੇ ਹੁਣ ਦੁਬਾਰਾ ਫਿਰ ਇਹਨਾਂ ਕੋਲ ਵੀ ਜਿਹੜੇ ਇਹਨਾਂ ਦੇ ਜ਼ਿਲ੍ਹੇ ਦੇ ਹੈਗੇ ਨੇ ਆਰਟ ਐਂਡ ਕਰਾਫਟ ਬੇਰੁਜ਼ਗਾਰ ਸੰਘਰਸ਼ ਕਮੇਟੀ ਦੇ ਮੈਂਬਰ, ਉਹ ਇਹਨਾਂ ਕੋਲ ਵੀ ਲੈ ਕੇ ਆਏ ਨੇ ਮੰਗ ਪੱਤਰ, ਪਰ ਇਹਨਾਂ ਨੇ ਵੀ ਅੱਗੋਂ ਮੰਗ ਪੱਤਰ ਜਿਹੜਾ ਆ CM ਤੱਕ ਨਹੀਂ ਪਹੁੰਚਾਇਆ। ਹੁਣ ਸਾਡੀ ਦਰਖਾਸਤ ਇਹੀ ਹੈ ਕਿ ਸਾਡੀਆਂ ਮੰਗਾਂ ਮੰਨਣ, ਸੋਧ ਪੱਤਰ ਜਿਹੜਾ ਉਹ ਜਾਰੀ ਕਰਨ ਜਲਦ ਤੋਂ ਜਲਦ। ਬਸ ਸਰ ਇੱਕ ਇਹ ਵੀ ਹੈ ਵੀ ਸਿਰਫ ਸਾਡੇ ਕੋਲ ਇਹ ਨਹੀਂ ਹੈ ਮਤਲਬ ਡਿਗਰੀ ਹੈਗੀ ਹੈ ਜਾਂ ਆਰਟ ਐਂਡ ਕਰਾਫਟ ਡਿਪਲੋਮਾ ਹੈ, ਸਾਡੇ ਵਿੱਚ ਟੈਲੈਂਟ ਵੀ ਹੈਗਾ ਹੈ। ਜੋ ਸਾਡਾ ਆਰਟ ਐਂਡ ਕਰਾਫਟ ਡਿਪਲੋਮਾ ਕੀਤਾ ਉਹਦੇ ਅਕੋਰਡਿੰਗ ਸਾਡੇ 'ਚ ਕੁਆਲਿਟੀ ਹੈਗੀ ਹੈ। ਸਾਨੂੰ ਬਹੁਤ ਉਮੀਦ ਹੈਗੀ ਸੀ ਮਤਲਬ ਜਦੋਂ ਨਵੀਂ ਸਰਕਾਰ ਆਈ ਹੈ, ਸਿੱਖਿਆ ਮੰਤਰੀ ਜੀ ਬਣੇ ਹੈ ਤੇ ਅਸੀਂ ਉਹਨਾਂ ਨਾਲ ਕਾਫੀ ਮੀਟਿੰਗਸ ਹੋਈਆਂ ਨੇ। ਅਸੀਂ ਹੁਣ ਪਿੱਛੇ ਉਹਨਾਂ ਦਾ ਪੋਰਟਰੇਟ ਅਸੀਂ ਭੇਟ ਕਰਕੇ ਆਏ ਹਾਂ। ਉਹਨਾਂ ਨੇ ਕਿਹਾ ਸੀ ਚਲੋ ਕੁਝ ਕਰਦੇ ਹਾਂ, ਬਟ ਕਾਫੀ ਟਾਈਮ ਹੋ ਗਿਆ, ਹਜੇ ਤੱਕ ਸਾਡਾ ਕੋਈ ਸੋਲਿਊਸ਼ਨ ਨਹੀਂ ਹੋਇਆ ਹੈ ਨਾ। ਹੁਣ ਫਿਰ ਅਸੀਂ ਸੜਕਾਂ 'ਤੇ ਆਏ ਹਾਂ, ਉਤਰੇ ਹਾਂ, ਮਜਬੂਰ ਹੋਏ ਹਾਂ ਅਸੀਂ, ਤਾਂ ਕਰਕੇ ਅਸੀਂ ਆਪਦੇ ਹੱਕ ਦੀ ਲੜਾਈ ਲੜਨ ਇੱਥੇ ਆਏ ਹਾਂ। ਤੇ ਸਾਨੂੰ ਆਹੀ ਮੰਗ ਹੈ ਕਿ ਸਾਡੀ ਜਲਦ ਤੋਂ ਜਲਦ ਅੱਜ ਹੀ ਸਾਡੀ ਮੰਗ ਪੂਰੀ ਕੀਤੀ ਜਾਵੇ। ਇੱਕ ਇਹ ਮਤਲਬ ਸਾਡੀ ਇਹਦੇ ਵਿੱਚ B.Ed ਕਰਤੀ ਹੈ ਨਾ ਸਰ। ਜਦੋਂ ਹਿੰਦੀ ਦੇ, ਸਾਇੰਸ ਦੇ, ਜੋ ਵੀ ਹੈ ਮੈਥ ਦੇ ਟੀਚਰ ਨੇ, ਉਹਨਾਂ ਦਾ ਕਹਿੰਦੇ ਵੀ ਜ਼ਿਆਦਾ ਵਿਸ਼ਾ ਉਹਨਾਂ ਦਾ ਇੰਪੋਰਟੈਂਟ ਹੈ, ਜ਼ਿਆਦਾ ਜ਼ਰੂਰੀ ਹੈ। ਫਿਰ ਉਹਨਾਂ ਦਾ ਵੀ ਡਿਪਲੋਮਾ ਕਰਵਾਓ 2 ਸਾਲ ਦਾ। ਵੀ ਸਾਡਾ ਆਰਟ ਐਂਡ ਕਰਾਫਟ ਦਾ ਇੱਕ ਤਾਂ ਕੋਈ ਜ਼ਰੂਰੀ ਨਹੀਂ ਮੰਨਦੇ ਵੀ ਕਿ ਇਹ ਫालतू ਵਿਸ਼ਾ ਹੈਗਾ। ਸਾਨੂੰ ਆਰਟ ਐਂਡ ਕਰਾਫਟ ਦਾ ਡਿਪਲੋਮਾ ਵੀ 2 ਸਾਲ ਦਾ, ਫਿਰ ਸਾਨੂੰ BA ਵੀ ਕਰਨੀ ਪੈ ਰਹੀ, ਸਾਨੂੰ B.Ed ਵੀ ਕਰਨੀ ਪੈ ਰਹੀ ਹੈ, ਫਿਰ ਸਾਨੂੰ PTET ਕਰਨਾ ਪੈਣਗਾ, ਫਿਰ ਸਾਨੂੰ ਟੈਸਟ ਕਲੀਅਰ ਕਰਨੇ ਪੈਣਗੇ। ਉਸ ਤੋਂ ਬਾਅਦ ਵੀ 10 ਸਾਲ ਹੋ ਗਏ ਸਾਡੀਆਂ ਪੋਸਟਾਂ ਨਹੀਂ ਆਈਆਂ। 10 ਸਾਲ ਬਾਅਦ ਸਾਨੂੰ ਸਿਰਫ 250 ਪੋਸਟਾਂ ਆਈਆਂ। ਸਾਇੰਸ ਮੈਥ ਇੰਨਾ ਇੰਪੋਰਟੈਂਟ, ਫਿਰ ਉਹਨਾਂ ਦਾ ਵੀ ਕੁਝ ਡਿਪਲੋਮਾ ਕਰਵਾਓ। ਉਹਨਾਂ ਨੂੰ ਸਿੱਧੀ B.Ed ਕਰਕੇ ਉਹਨਾਂ ਦਾ ਟੈਟ ਹੋ ਜਾਂਦਾ, ਠੀਕ ਹੈ ਜੀ, ਅਤੇ ਉਹ ਆਪਦੇ ਵਿਸ਼ੇ ਵਿੱਚ ਜਾ ਸਕਦੇ ਹੈ। ਅਤੇ ਸਾਡਾ ਤਾਂ ਆਰਟ ਐਂਡ ਕਰਾਫਟ ਦਾ ਜੋ ਹੈ ਫਾਈਨ ਆਰਟਸ ਦਾ PTET ਹੀ ਨਹੀਂ ਹੈਗਾ, ਫਿਰ ਉਹ B.Ed ਕਰੂਗਾ ਕਿਉਂ?
ਆਰਟ ਐਂਡ ਕਰਾਫਟ ਹੈਗਾ ਪਿਛਲੇ 2014 ਦੇ ਵਿੱਚ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਦੀ ਜੀ ਭਰਤੀ ਹੋਈ ਹੈ 10ਵੀਂ ਦੇ ਆਧਾਰ ਤੇ ਹੋਈ ਹੈ ਆਰਟ ਐਂਡ ਕਰਾਫਟ ਡਿਪਲੋਮਾ। ਅਸੀਂ ਚਾਹੁੰਦੇ ਹਾਂ ਹੁਣ ਵੀ 10ਵੀਂ ਦੇ ਆਧਾਰ ਤੇ ਆਰਟ ਐਂਡ ਕਰਾਫਟ ਦੇ ਆਧਾਰ ਤੇ ਸਾਡੀ ਭਰਤੀ ਕੀਤੀ ਜਾਵੇ। ਹੁਣ 10 ਸਾਲ ਬਾਅਦ ਪੋਸਟਾਂ ਕੱਢੀਆਂ ਤੇ ਉਸ ਦੀ ਕੁਆਲੀਫਿਕੇਸ਼ਨ ਇੰਨੀ ਹਾਈ ਕਰਤੀ ਹੈ। ਅਸੀਂ ਚਾਹੁੰਦੇ ਹਾਂ ਸਾਡੀ ਪੁਰਾਣੀ ਯੋਗਤਾ ਦੇ ਆਧਾਰ ਤੇ ਹੀ ਭਰਤੀ ਕੀਤੀ ਜਾਵੇ। ਨਾਲੇ ਸਰ ਇੱਕ ਆ ਵੀ ਗੱਲ ਕਹਿਣਾ ਚਾਹਾਂਗੀ ਵੀ ਇੰਨੇ ਸਾਲਾਂ ਤੋਂ ਇਹਨਾਂ ਨੇ ਜਿਹੜੀ ਸਰਕਾਰ ਨੇ ਪੋਸਟਾਂ ਨਹੀਂ ਕੱਢੀਆਂ ਤੇ ਕਈ ਜਿਹੜੇ ਸਾਥੀ ਸਾਡੇ ਉਹ ਓਵਰ ਏਜ ਹੋ ਗਏ ਆ ਉਹਨਾਂ ਦਾ ਜਾਣਬੁੱਝ ਕੇ ਟਾਈਮ ਗਿਆ। ਹਾਂਜੀ ਜਾਣਬੁੱਝ ਕੇ ਬਿਲਕੁਲ ਜਾਣਬੁੱਝ ਕੇ ਇਹ ਇੱਕ ਸਾਜ਼ਿਸ਼ ਕੀਤੀ ਗਈ ਹੈ। ਉਹ ਓਵਰ ਏਜ ਹੋ ਗਏ ਉਹਨਾਂ ਦਾ ਕੀ ਕਸੂਰ ਹੈ? ਠੀਕ ਹੈ, ਤਾਂ ਕਰਕੇ ਸਾਡੀ ਆ ਵੀ ਉਮਰ ਹੱਦ ਵਿੱਚ ਵੀ ਵਾਧਾ ਕੀਤਾ ਜਾਵੇ, ਇਹਦੇ ਵਿੱਚ ਛੋਟ ਕੀਤੀ ਜਾਵੇ ਤਾਂ ਜੋ ਇਹ ਸਾਰਿਆਂ ਨੂੰ ਭਰਨ ਦਾ ਮੌਕਾ ਮਿਲ ਸਕੇ, ਕੋਈ ਬੇਰੁਜ਼ਗਾਰ ਨਾ ਰਹਿ ਜਾਵੇ। ਸਾਡੇ ਹੁਣ ਇੱਥੇ ਸਿਰਫ ਇੱਕ ਸਾਥੀ ਹੈਗੇ ਨੇ ਉਹਨਾਂ ਦੇ 4 ਮਹੀਨੇ ਰਹਿ ਗਏ ਓਵਰ ਏਜ ਹੋਣ ਦੇ ਵਿੱਚ, ਸਿਰਫ 4 ਮਹੀਨੇ। ਤੇ ਹੁਣ ਸਾਨੂੰ ਆਸ ਹੈ ਕਿ ਸਾਡਾ ਕੁਛ ਨਾ ਕੁਛ ਹੱਲ ਹੋਏਗਾ ਤਾਂ ਹੀ ਇੰਨੀ ਧੁੱਪ ਦੇ ਵਿੱਚ ਇੱਥੇ ਆਏ ਹਾਂ। ਤੇ ਉਮੀਦ ਆਹੀ ਹੈ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕੀਤਾ ਜਾਵੇ। ਰਹੀ ਗੱਲ ਇਹ ਕਿ ਜਿਹੜਾ ਫਾਈਨ ਆਰਟ ਦਾ ਜਿਹੜਾ ਆਰਟ ਐਂਡ ਕਰਾਫਟ ਦੇ ਸਬਜੈਕਟ ਆ ਉਹਨੂੰ ਇੱਕ ਆਪਸ਼ਨਲ ਸਬਜੈਕਟ ਲੈ ਲੈਂਦੇ ਆ ਕਿ ਚਲੋ ਹਿੰਦੀ ਵਾਲਾ ਟੀਚਰ ਕਰਵਾ ਦੇ, ਮੈਥ ਵਾਲਾ ਟੀਚਰ ਕਰ ਦੇ, ਕਿਉਂਕਿ ਪੋਸਟਾਂ ਖਾਲੀ ਨੇ ਹੈ ਨਾ। ਤੇ ਭਰਤੀ ਇਹ ਕਰ ਰਹੇ ਆ ਤੇ ਹਾਈ ਕੁਆਲੀਫਿਕੇਸ਼ਨ ਤੇ ਕਰ ਰਹੇ ਆ, ਜਦੋਂ ਕਿ ਜਿਹੜਾ ਇੱਕ ਡਰਾਇੰਗ ਮਾਸਟਰ ਹੈਗਾ ਵਾ ਉਹ ਮਤਲਬ ਪੰਜਾਬੀ ਵੀ ਕਰਾ ਸਕਦਾ, ਹਿੰਦੀ ਵੀ ਕਰਾ ਸਕਦਾ। ਜਿਹੜੇ ਸਪੈਸੀਫਿਕ ਸਬਜੈਕਟਸ ਨੇ ਯਾਨੀ ਕਿ ਮੈਥ ਜਿਹਦੇ ਵਾਸਤੇ ਜ਼ਿਆਦਾ ਲੋੜ ਹੁੰਦੀ ਹੈ ਜਾਂ ਫਿਰ ਮੈਥ ਹਿੰਦੀ ਚਲੋ ਉਹ ਤਾਂ ਕਰਾ ਹੀ ਸਕਦੇ। ਮੈਥ ਇੰਗਲਿਸ਼ ਜਿਹੜਾ ਹੈਗਾ ਵਾ ਇਹਦੇ ਵਾਸਤੇ ਤੇ ਸਪੈਸੀਫਿਕ ਟੀਚਰ ਚਾਹੀਦੇ, ਪਰ ਜਿਹੜਾ ਪੰਜਾਬੀ ਹਿੰਦੀ ਵਾਲਾ ਟੀਚਰ ਹੈਗਾ ਉਹ ਆਪਣੇ ਵਿਸ਼ੇ ਦੇ ਨਾਲ ਨਾਲ ਉਹ ਡਰਾਇੰਗ ਦਾ ਵਿਸ਼ਾ ਨਹੀਂ ਕਰਾ ਸਕਦਾ। ਡਰਾਇੰਗ ਦਾ ਵਿਸ਼ਾ ਉਹਦੇ ਵਿੱਚ ਬੜੇ ਸਾਰੇ ਪਰਸਪੈਕਟਿਵ ਵੀ ਹੁੰਦੇ ਆ, ਥੋੜਾ ਟੈਕਨੀਕਲ ਵੀ ਵਿੱਚ ਹੈਗਾ ਹੈ। ਲੇਕਿਨ ਇਹ ਕਿ ਇਹਨਾਂ ਨੇ ਪਿਛਲੇ 10 ਸਾਲ ਤੋਂ ਜਿਹੜੀਆਂ ਪੋਸਟਾਂ ਨਹੀਂ ਕੱਢੀਆਂ ਹੈਗੀਆਂ ਤੇ ਹੁਣ ਜਿਹੜੀਆਂ 250 ਪੋਸਟਾਂ ਕੱਢੀਆਂ ਤੇ ਹਰ ਸਾਲ ਕਿੰਨੇ ਹੀ ਬੱਚੇ ਜਿਹੜੇ ਨੇ ਉਹ ਆਰਟ ਐਂਡ ਕਰਾਫਟ ਕਰਕੇ ਜਾਂਦੇ ਆ ਤੇ ਇਹਦੇ ਤੋਂ ਸਾਫ਼ ਪਤਾ ਲੱਗਦਾ ਕਿ 250 ਜਿਹੜੀਆਂ ਪੋਸਟਾਂ ਵਾ ਉਹ ਪੂਰੀਆਂ ਨਹੀਂ ਹੈ ਤੇ ਬਾਕੀ ਤੇ ਫਿਰ ਬੇਰੁਜ਼ਗਾਰ ਰਹਿ ਜਾਣਗੇ ਨਾ। ਸਿਰਫ 250 ਟੀਚਰ ਭਰਤੀ ਹੋਣਗੇ ਤੇ ਬਾਕੀ ਤੇ ਬੇਰੁਜ਼ਗਾਰ ਰਹਿ ਜਾਣਗੇ ਨਾ। ਫਿਰ ਇਸ ਕਰਕੇ ਪੋਸਟਾਂ ਨਿਕਲਣੀਆਂ ਚਾਹੀਦੀਆਂ ਸਰ। ਹੋਰ ਅੱਛਾ, ਜਦੋਂ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਮਾਪੇ ਉਹਨਾਂ ਤੇ ਬੜੀ ਉਮੀਦ ਜਗਾਉਂਦੇ ਆ ਨਾ ਕਿ ਸਾਡੇ ਬੱਚੇ ਪੜ੍ਹ ਜਾਣਗੇ ਤਾਂ ਉਹ ਨੌਕਰੀਆਂ ਤੇ ਲੱਗ ਜਾਣਗੇ, ਤਾਂ ਕੀ ਇਹਨੂੰ ਕਹੋਗੇ ਕਿ ਜੇ ਬੱਚੇ ਨੇ ਇਹਦੇ ਧੱਕੇ ਖਾਣੇ ਤਾਂ ਜੀ? ਸਰ ਧੱਕੇ ਵੀ ਤਾਂ ਸਰਕਾਰ ਕਰਕੇ ਖਾ ਰਹੇ ਨੇ। ਸਰਕਾਰ ਚੰਗੀ ਹੋਵੇ ਤੇ ਕਿਉਂ ਬੱਚੇ ਧੱਕੇ ਖਾਣ, ਇਹ ਗੱਲ ਹੈ ਨਾ। ਸਰ ਤੁਸੀਂ ਆਪ ਹੀ ਦੇਖ ਸਕਦੇ ਕਿ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਬੀਐਡ ਕੀਤੇ ਜਾਂ ਫਿਰ ਇੰਨੇ ਵੈਲ ਕੁਆਲੀਫਾਈਡ ਟੀਚਰ ਜਿਹੜੇ ਉਹ ਸੜਕਾਂ 'ਤੇ ਬੈਠੇ ਹੋਏ ਨੇ। ਤਾਂ ਉਹ ਆਪ ਹੀ ਹਿਸਾਬ ਲਗਾ ਸਕਦੇ। ਦੇਖੋ ਸਰਕਾਰ ਚੇਂਜ ਹੋਈ ਹੈ, ਸਾਨੂੰ ਬੜੀ ਉਮੀਦ ਸੀ ਕਿ ਹੁਣ ਨਵੀਂ ਸਰਕਾਰ ਆਈ ਹੈ, ਕੁਝ ਨਵਾਂ ਮਤਲਬ ਸਹੂਲਤ ਬੱਚਿਆਂ ਨੂੰ ਮਿਲੇਗੀ ਤੇ ਲੇਕਿਨ ਦੇਖੋ ਹਜੇ ਵੀ ਉਸ ਤਰ੍ਹਾਂ ਹੀ ਹੋ ਰਿਹਾ ਹੈ। ਲੇਕਿਨ ਮੈਂ ਤੇ ਹੱਥ ਜੋੜ ਕੇ ਸਰਕਾਰ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਥੋੜਾ ਸੋਚੋ, ਜਿਹੜੀ ਪੀੜ੍ਹੀ ਜਿਹੜੀ ਨਵੀਂ ਆਈ ਹੈ ਤਾਂ ਉਹ ਫਿਰ ਤੱਦੇ ਤੇ ਬਾਹਰ ਜਾਣ ਨੂੰ ਫਿਰ ਜ਼ਿਆਦਾ ਉਹਨਾਂ ਦਾ ਰੁਝਾਵ ਜਿਹੜਾ ਵਾ ਬਾਹਰ ਜਾਣ 'ਚ ਰਹਿ ਗਿਆ ਹੈ, ਕਿਉਂਕਿ ਇੱਥੇ ਬਾਹਰ ਜਾ ਕੇ ਉਹ ਫਿਰ ਨੌਕਰੀਆਂ ਲੱਭਦੇ ਨੇ। ਤੇ ਜੇ ਸਾਡੇ ਇੱਥੋਂ ਦੀ ਗਵਰਨਮੈਂਟ ਚੰਗੀ ਹੋਵੇ ਤੇ ਖੁਦ ਰੁਜ਼ਗਾਰ ਦੇਵੇ ਜਿਹੜੇ ਕੁਆਲੀਫਾਈਡ ਹੈਗੇ ਨੇ। ਸਰ ਹਰੇਕ ਸਰਕਾਰੀ ਸਕੂਲ 'ਚ ਆਰਟ ਐਂਡ ਕਰਾਫਟ ਪੋਸਟ ਖਾਲੀ ਪਈ ਹੈ, ਉਹ ਕਿਉਂ ਨਹੀਂ ਭਰਤੀ ਕਰ ਰਹੇ, ਕਿਉਂ ਨਹੀਂ ਫਿਲ ਕਰ ਰਹੇ? ਅੱਜ ਸਰਕਾਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਲੱਖਾਂ ਕਰੋੜਾਂ ਰੁਪਏ ਦੀ ਗ੍ਰਾਂਟ ਦੇ ਰਹੀ ਹੈ ਵੀ ਉਹਨਾਂ ਤੇ ਪੇਂਟਿੰਗਾਂ ਕਰਵਾ ਰਹੀ ਹੈ ਤੇ ਡਰਾਇੰਗ ਟੀਚਰ ਕਿਉਂ ਨਹੀਂ ਰੱਖ ਰਹੀ? ਇੱਕ ਡਰਾਇੰਗ ਟੀਚਰ ਇੱਕ ਸਕੂਲ ਵਿੱਚ ਰੱਖਿਆ ਜਾਵੇ ਤਾਂ ਅਸੀਂ ਲਗਭਗ ਸਾਰਿਆਂ ਨੂੰ ਜੋਬ ਮਿਲ ਸਕਦੀ ਹੈ ਤੇ ਉਸ ਵੱਲ ਕਿਉਂ ਨਹੀਂ ਧਿਆਨ ਦੇ ਰਹੇ? ਸਕੂਲ ਤਾਂ ਸੋਹਣਾ ਬਣੇਗਾ ਨਾਲ ਬੱਚੇ ਵੀ ਕੁਝ ਸਿੱਖਣਗੇ, ਬੱਚੇ ਖੁਦ ਸਕੂਲ ਨੂੰ ਸੋਹਣਾ ਬਣਾਉਣਗੇ ਸਰ, ਇਹ ਵੀ ਤਾਂ ਹੈ ਨਾ। ਸਤਿ ਸ਼੍ਰੀ ਅਕਾਲ ਜੀ। ਸਰ ਜਿਹੜਾ ਮੈਂ ਧਰਨਾ ਲਾ ਜਾ ਰਿਹਾ ਜੀ ਹੈ ਨਾ, ਜਿਵੇਂ ਕਿ ਇਹ ਵਿਧਾਇਕ ਦੀ ਕੋਠੀ ਦੇ ਮੂਹਰੇ ਹੱਕ ਬਣਦਾ ਜੀ, ਤਾਂ ਉੱਥੇ ਵੀ ਇੱਥੇ ਲਾਉਣ ਦਾ ਕਾਰਨ ਜੀ? ਕਾਰਨ ਇਹ ਹੈ ਜੀ ਸਾਨੂੰ ਅੱਗੇ ਲੰਘਾ ਹੀ ਨਹੀਂ ਦੇ ਰਹੇ। ਅੱਛਾ, ਪ੍ਰਸ਼ਾਸਨ ਲੰਘਣ ਦੇ ਰਹੇ? ਪ੍ਰਸ਼ਾਸਨ ਨੇ ਸਾਨੂੰ ਕੀ ਕੀਤਾ, ਪ੍ਰਸ਼ਾਸਨ ਨੇ ਸਾਨੂੰ ਇੱਥੇ ਹੀ ਰੋਕ ਲਿਆ, ਬੈਰੀਗੇਡਸ ਲਾ ਲਿੱਤੇ ਗਏ ਆ, ਪਰ ਅਸੀਂ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਉਹ ਕਹਿ ਰਹੇ ਸਾਨੂੰ ਮੀਟਿੰਗਸ ਘੱਟੋ ਘੱਟ 5 ਜਾਂ 6 ਵਾਰ ਸਾਡੀਆਂ ਇਸ ਟੌਪਿਕ 'ਤੇ ਮੀਟਿੰਗਸ ਹੋ ਚੁੱਕੀਆਂ ਨੇ, ਪਰ ਸਾਡੀ ਉਸ ਮੀਟਿੰਗ ਦੇ ਨਾਲ ਕੋਈ ਵੀ ਹੱਲ ਨਹੀਂ ਹੋ ਰਿਹਾ, ਕਿਉਂਕਿ ਅਸੀਂ ਮੰਗ ਪੱਤਰ ਹਰ ਇੱਕ ਜ਼ਿਲ੍ਹੇ ਨੂੰ ਦਿੱਤਾ ਹੋਇਆ, ਪਰ ਹਰ ਇੱਕ ਜ਼ਿਲ੍ਹੇ ਨੂੰ ਮੰਗ ਪੱਤਰ ਦੇਣ ਦੇ ਨਾਲ ਪਤਾ ਨਹੀਂ ਅੱਗੇ ਸਾਡਾ ਮੰਗ ਪੱਤਰ ਨਹੀਂ ਪਹੁੰਚ ਰਿਹਾ ਜਾਂ ਸਾਡੇ ਮੁੱਖ ਮੰਤਰੀ ਨੇ ਉਹ ਉਸ ਦੇ ਉੱਤੇ ਵਿਚਾਰ ਹੀ ਨਹੀਂ ਕਰ ਰਹੇ। ਜਿਹੜੇ ਮੰਗ ਪੱਤਰ ਦਿੱਤੇ ਇਹ ਵਿਧਾਇਕ ਨੂੰ ਖੁਦ ਨਹੀਂ ਦਿੱਤੇ ਜਾਂ ਕਿਹਨੂੰ ਦਿੱਤੇ ਤੁਸੀਂ? ਨਹੀਂ, ਅਸੀਂ ਖੁਦ ਦਿੱਤੇ ਆ ਜੀ, ਜ਼ਿਲ੍ਹੇ ਵਾਈਜ਼ ਜਿੰਨੇ ਵੀ ਸਾਡੇ ਮਤਲਬ ਉਹਨਾਂ ਨੂੰ ਮਤਲਬ ਵਿਧਾਇਕਾਂ ਨੇ ਅੱਗੇ ਨਹੀਂ ਦਿੱਤੇ ਜੀ। ਅਸੀਂ ਵਿਧਾਇਕਾਂ ਨੂੰ ਅੱਗੇ ਭੇਜ ਚੁੱਕੇ ਹਾਂ, ਪਰ ਵਿਧਾਇਕਾਂ ਨੇ ਅੱਗੇ ਨਹੀਂ ਫਾਰਵਰਡ ਕੀਤੇ ਹੈਗੇ। ਤੇ ਇਸ ਗੱਲ ਕਰਕੇ ਅਸੀਂ ਸਾਡੀ ਕਿਉਂਕਿ ਮੰਗਾਂ ਅਜੇ ਤੱਕ ਨਹੀਂ ਪੂਰੀਆਂ ਹੋਈਆਂ, ਅਸੀਂ ਕੋਈ ਨਜਾਇਜ਼ ਮੰਗ ਵੀ ਨਹੀਂ ਹੈ ਸਾਡੀ। ਤੇ ਜਿੱਥੇ ਤੱਕ ਅਸੀਂ ਦੇਖਿਆ ਜਾਵੇ ਅਸੀਂ ਸਿਰਫ ਇਹ ਕਿਹਾ ਵੀ ਸਾਡੀਆਂ ਜਿਹੜੀਆਂ ਤੁਸੀਂ ਬੀਐਡ ਲਗਾਈ ਗਈ ਹੈ, ਬੀਐਡ ਦੇ ਵਿੱਚ ਫਾਈਨ ਆਰਟ ਲਗਾਈ ਗਈ ਹੈ, ਤੁਸੀਂ ਫਾਈਨ ਆਰਟ ਅਟੈਚ ਕੀਤੀ ਗਈ ਹੈ, ਉਹ ਨਹੀਂ ਹੋਣੀ ਚਾਹੀਦੀ। ਅਸੀਂ ਸਿਰਫ ਇਸ ਗੱਲ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ, ਸਾਡੀ ਜਿਹੜੀ ਹੈਗੀ 10th ਬੇਸ ਤੇ ਨਾਲ ਸਾਡਾ ਜਿਹੜਾ ਡਿਪਲੋਮਾ ਹੈ ਆਰਟ ਐਂਡ ਕਰਾਫਟ ਉਹ ਹੋਣਾ ਚਾਹੀਦਾ।
ਪਰ ਸਰਕਾਰ ਇਸ ਚੀਜ਼ ਦੇ ਉੱਤੇ ਗੌਰ ਹੀ ਨਹੀਂ ਕਰ ਰਹੀ। ਉਹਨਾਂ ਨੂੰ ਪਤਾ ਹੀ ਨਹੀਂ ਕੀ ਉਹ ਤਾਂ ਅੱਖਾਂ ਮੀਚ ਕੇ ਪਤਾ ਨਹੀਂ ਕਿਵੇਂ ਸੁੱਤੀ ਪਈ ਆ ਉਹ। ਤੇ ਉਸ ਨੂੰ ਜਗਾਉਣ ਵਾਸਤੇ ਅੱਜ ਅਸੀਂ ਇੱਥੇ ਕਚਹਿਰੀ ਜਿਹੜਾ ਚੌਂਕ ਹੈ ਅਸੀਂ ਇੱਥੇ ਬਰਨਾਲੇ ਅਸੀਂ ਇੱਥੇ ਲਾਇਆ ਮੀਤ ਦੇ ਅਸੀਂ ਘਰ ਦਾ ਘੇਰਾਅ ਵੀ ਕਰਨਾ ਸੀ ਪਰ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਇਸ ਕਰਕੇ ਅਸੀਂ ਅੱਜ ਇੱਥੇ ਆਏ ਜੋ ਸਾਡੀਆਂ ਮੰਗਾਂ ਨੇ। ਜਿਵੇਂ ਪਿਛਲੇ ਕੁਝ ਦਿਨਾਂ 'ਚ ਦੇਖਣ ਨੂੰ ਮਿਲਿਆ ਸੀਗਾ ਕਿ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਸੀ ਟੀਚਰ ਹੈ ਨਾ, ਜਿਹੜਾ ਪਿਛਲੇ ਦਿਨਾਂ 'ਚ ਹੋਇਆ ਸੀਗਾ ਜੀ, ਕੀ ਇਸ ਤਰ੍ਹਾਂ ਕੋਈ ਧਮਕੀ ਤਾਂ ਦਿੱਤੀ ਗਈ ਤੁਹਾਨੂੰ ਜੀ? ਨਹੀਂ, ਧਮਕੀ ਦਾ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਧਮਕੀ ਦੇਣਾ, ਤੇ ਪ੍ਰਸ਼ਾਸਨ ਨੇ ਤਾਂ ਧਮਕੀ ਦੇਣੀ ਹੈ ਨਾ। ਪਰ ਅਸੀਂ ਇਹ ਜੀ ਆਪਾਂ ਕਹੀਏ ਵੀ ਉਹਨਾਂ ਦੀ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈ ਅਸੀਂ ਬਹੁਤ ਸਬਰ ਹੋ ਗਿਆ। 10 ਸਾਲਾਂ ਤੋਂ ਅਸੀਂ ਵੇਖ ਰਹੇ ਹਾਂ, ਨਾ ਤਾਂ ਸਾਨੂੰ ਕਾਂਗਰਸੀਆਂ ਨੇ ਨਾ ਸਾਨੂੰ ਅਕਾਲੀਆਂ ਨੇ, ਜੇ ਦਿੰਦੇ ਆ ਵੀ ਤੇ ਇੱਕੋ ਰੋਟੀ ਦਾ ਟੁਕੜਾ ਹੁੰਦਾ ਸਾਨੂੰ ਉਹ ਦੇ ਦਿੱਤਾ ਜਾਂਦਾ। ਜੇ ਇਹ ਦਿੱਲੀ ਮਾਡਲ ਦੀ ਗੱਲ ਕਰਦੇ, ਦਿੱਲੀ ਮਾਡਲ ਦੇ ਵਿੱਚ ਜਾ ਕੇ ਦੇਖਿਆ ਜਾਵੇ ਹਰੇਕ ਸਕੂਲ ਦੇ ਵਿੱਚ ਇੱਕ ਡਰਾਇੰਗ ਟੀਚਰ ਆ, ਇੱਕ ਦੇ ਵਿੱਚ ਛੱਡੋ 2 ਡਰਾਇੰਗ ਟੀਚਰ ਨੇ, 25 ਬੱਚਿਆਂ ਮਗਰ ਇੱਕ ਟੀਚਰ ਹੁੰਦਾ ਜੀ, 25 ਬੱਚਿਆਂ ਮਗਰ। ਇੱਥੇ ਕੀ ਆ ਆਪਣੇ ਉਹ ਅਲੱਗ ਸਿਸਟਮ ਹੈ, 150 ਬੱਚਾ ਤੇ ਟੀਚਰ ਇੱਕ, ਤੇ ਨਾ ਉਹਨਾਂ ਕੋਲ ਆਰਟ ਟੀਚਰ ਹੁੰਦਾ ਨਾ ਉਹਨਾਂ ਕੋਲ ਡਾਂਸ ਟੀਚਰ। ਕ੍ਰੀਏਟੀਵਿਟੀ ਤੁਸੀਂ ਕਿੱਥੋਂ ਕੱਢ ਲਓਗੇ? ਆਪਣੇ ਮਾਨ ਸਰਕਾਰ ਕਹਿੰਦੀ ਹੈ, ਮਾਨ ਸਾਹਿਬ ਕਹਿੰਦੇ ਅਸੀਂ ਕ੍ਰੀਏਟੀਵਿਟੀ ਲੈ ਕੇ ਆਵਾਂ। ਤੁਸੀਂ ਕ੍ਰੀਏਟੀਵਿਟੀ ਸਰ ਲੈ ਕੇ ਕਿੱਥੋਂ ਆਓਗੇ? ਤੁਸੀਂ ਇਹ ਵੀ ਦੱਸ ਦਿਓ। ਜਦੋਂ ਕ੍ਰੀਏਟੀਵਿਟੀ ਵਾਲੇ ਤੁਸੀਂ ਬੰਦੇ ਆ ਖੜੇ ਨੇ, ਕ੍ਰੀਏਟੀਵਿਟੀ ਤੁਸੀਂ ਸਾਤੋਂ ਸੜਕਾਂ 'ਤੇ ਕਰਾਈ ਜਾਂਦੇ ਹੋ। ਤੁਸੀਂ ਇਹ ਗੱਲ ਦੱਸੋ, ਜਿਹੜੇ ਉੱਥੇ ਸਕੂਲਾਂ ਦੇ ਵਿੱਚ ਪੇਂਟਿੰਗਸ ਬਣੀਆਂ ਨੇ ਉਹ ਵੀ ਆਰਟ ਟੀਚਰ ਨਹੀਂ ਕਰੀਆਂ ਨੇ, ਹੈ ਨਾ, ਆਰਟ ਟੀਚਰ ਨਹੀਂ ਕਰੇ ਨੇ। ਮੈਥ ਹੈ, ਸਾਇੰਸ ਹੈ, ਜਾਂ ਜੇ ਉੱਥੇ ਸ਼ੁਰੂਆਤ ਹੁੰਦੀ ਹੈ ਬੱਚਾ ABC ਲਿਖਦਾ ਉਹ ਵੀ ਇੱਕ ਡਰਾਇੰਗ ਨਾਲ ਕਰਦਾ। ਆਪਾਂ ਬੱਚੇ ਨੂੰ ਕਲਰ ਫੜਾਉਣੇ, ਬੇਟਾ ਤੂੰ ਰੰਗ ਕਰ, ਪਰ ਉਸ ਚੀਜ਼ ਨੂੰ ਅਣਦੇਖਿਆ ਕੀਤਾ ਜਾ ਰਿਹਾ। ਆਰਟ ਨੂੰ ਦਾ ਵਿਸ਼ਾ ਇੱਕ ਐਂ ਸਮਝ ਲਿਆ ਵੀ ਕੁਛ ਵੀ ਨਹੀਂ ਹੈ ਇਹ, ਹੈ ਨਾ। ਆਪਾਂ ਗੱਲ ਕਰੀਏ ਸਾਇੰਸ ਵਾਲਾ ਕਹਿੰਦਾ ਵੀ ਚੱਲ ਤੂੰ ਬਣਾ ਲਿਆ, ਸੇਬ ਪਿਆ ਮੋਡਲ ਰੱਖਤਾ ਦੇਖ ਕੇ ਬਣਾਈ ਜਾਂਦਾ, ਹੈ ਨਾ। ਇਹ ਕੰਮ ਹੋਏ ਪਏ ਆ। ਇਸ ਨੂੰ ਜਿਹੜੀ ਧੁੱਪ ਆਈ ਬਹੁਤ ਤੇਜ਼ ਆ ਨਾ, ਜਿਹੜਾ ਟੈਂਪਰੇਚਰ ਆ ਬਹੁਤ ਤੇਜ਼ੀ ਨਾਲ ਹੋਇਆ, ਇੱਥੇ ਖੜਨਾ 10 ਮਿੰਟ ਵੀ ਖੜਨਾ ਬੜਾ ਔਖਾ ਹੋਇਆ। ਤੁਸੀਂ ਸਵੇਰ ਦੇ ਖੜੇ ਹੋ ਨਾ, ਤਾਂ ਕਿੱਦਾਂ ਮਹਿਸੂਸ ਕਰ ਰਹੇ ਹੋ? ਮਹਿਸੂਸ ਤਾਂ ਦੇਖੋ ਖੜੇ ਆ, ਮਜਬੂਰੀ ਆ ਤੇ ਖੜਨਾ ਪਊਗਾ। ਅੱਜ ਵੀ ਖੜਾਂਗੇ, ਕੱਲ ਵੀ ਖੜਾਂਗੇ। ਜੇਕਰ ਇੱਥੇ ਕੋਈ ਘਟਨਾ ਦਾ ਕੋਈ ਸ਼ਿਕਾਰ ਹੁੰਦਾ, ਜਿਵੇਂ ਅੱਗੇ ਵੀ ਕਾਫੀ ਬੱਚੇ ਬਿਮਾਰ ਹੋਏ ਸੀਗੇ ਨਾ, ਡਿੱਗਦੇ ਸੀਗੇ, ਤਾਂ ਕਿਹਨੂੰ ਤੁਸੀਂ ਠਹਿਰਾਓ? ਦੇਖੋ ਬੇਰੁਜ਼ਗਾਰੀ ਨਾਲੋਂ ਵੱਡਾ ਮੁੱਦਾ ਨਹੀਂ ਹੈ ਅੱਜ ਦੇ ਟਾਈਮ ਉੱਤੇ, ਬੇਰੁਜ਼ਗਾਰੀ ਨਾਲੋਂ ਵੱਡਾ ਮੁੱਦਾ ਨਹੀਂ ਹੈ ਅੱਜ ਦੇ ਟਾਈਮ 'ਤੇ। ਜੇ ਆਪਾਂ ਗੱਲ ਕਰੀਏ ਬੇਰੁਜ਼ਗਾਰੀ ਦੀ, ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵਿਕ ਰਿਹਾ ਅੱਜ ਦੇ ਟਾਈਮ 'ਤੇ। ਟਿਫਨ ਲੈ ਕੇ ਜਾਣ ਦੀ ਗੱਲ ਕਰਦੇ ਆ, ਉਹ ਤੁਸੀਂ ਟਿਫਨ ਦਵੋਗੇ ਕਿਵੇਂ? ਰੁਜ਼ਗਾਰ ਤਾਂ ਲੈ ਕੇ ਆਓ, ਰੁਜ਼ਗਾਰ ਤਾਂ ਤੁਹਾਡੇ ਬੱਚੇ ਆ ਖੜੇ ਨੇ, ਤੁਸੀਂ ਕਿੱਥੋਂ ਲੈ ਕੇ ਆਓਗੇ? ਜੇ ਮਾਨ ਸਾਹਿਬ ਤੁਸੀਂ ਕੁਝ ਕਰਨਾ ਨਾ, ਇਹਨਾਂ ਟੀਚਰਸ ਲਈ ਲੈ ਕੇ ਆਓ, ਦਿੱਲੀ ਜਾਣ ਦੀ ਲੋੜ ਨਹੀਂ। ਇੱਥੋਂ ਦੇ ਟੀਚਰ ਬਹੁਤ ਕਾਬਲੀਅਤ ਨੇ ਤੇ ਕ੍ਰੀਏਟੀਵਿਟੀ, ਜੇ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਲੈ ਕੇ ਆ ਸਕਦੇ ਤੇ ਇੱਥੋਂ ਦੇ ਟੀਚਰ ਹੀ ਲੈ ਕੇ ਆ ਸਕਦੇ ਆ। ਬਾਹਰਲੇ ਲੋਕ ਜੇ ਸਵਿਟਜ਼ਰਲੈਂਡ ਜਾਂ ਕਿਸੇ ਹੋਰ ਕੰਟਰੀ ਦੇ ਲੋਕ ਪੜ੍ਹਨ ਵਾਸਤੇ ਆਪਣੇ ਦੇਸ਼ ਦੇ ਵਿੱਚ ਆਉਂਦੇ ਆ ਤੇ ਆਪਾਂ ਟੀਚਰ ਪੜ੍ਹਾ ਸਕਦੇ ਹੈਗੇ। ਤੇ ਕਿਉਂਕਿ ਇਹ ਆਪਾਂ ਕਹਿ ਦਈਏ ਵੀ ਇਹ ਇਕੱਲੇ ਡਿਪਲੋਮਾ ਕਰਕੇ ਨਹੀਂ ਆਏ, ਐਕਸਪੀਰੀਅੰਸ ਬੰਦੇ ਵੀ ਹੈਗੇ ਆ, ਠੀਕ ਹੈ। ਬਹੁਤ ਬੰਦੇ ਇਹੋ ਜਿਹੇ ਜਿਹੜੇ ਐਕਸਪੀਰੀਅੰਸ ਨੇ, 10-10 ਸਾਲ ਹੋ ਗਏ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੌਬ ਕਰਦੇ ਹੋਏ। ਪਰ ਗੱਲ ਐ ਵੀ ਪ੍ਰਾਈਵੇਟ ਦੇ ਵਿੱਚ ਵੀ ਤੁਹਾਨੂੰ ਪਤਾ ਬਹੁਤ ਅੱਜ ਕੱਲ੍ਹ ਨਿੱਜੀਕਰਨ ਬਹੁਤ ਹੋਇਆ ਪਿਆ, ਪਰ ਇਸ ਚੀਜ਼ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਜਿਵੇਂ ਲੋਕਾਂ ਨੇ ਬਹੁਤ ਵੱਡੇ ਫਤਵੇ ਦੇ ਨਾਲ ਇਹਨਾਂ ਨੂੰ ਜਿਤਾਇਆ ਸੀ, ਹੈ ਨਾ। ਜਿੱਥੇ ਮਾਨ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਗੇ ਜੀ, ਅੱਜ ਉਹੀ ਪੰਜਾਬ ਆ ਜਿੱਥੇ ਧਰਨੇ ਕੋਈ ਲੜੀ ਟੁੱਟ ਰਹੀ ਜੀ। ਬਿਲਕੁਲ ਜੀ। ਮਾਨ ਸਾਹਿਬ ਪਹਿਲੀ ਗੱਲ ਤਾਂ ਸਾਨੂੰ ਬੜੀਆਂ ਆਸਾਂ ਸੀਗੀਆਂ ਮਾਨ ਸਾਹਿਬ ਤੋਂ ਵੀ ਸਾਡੇ ਵਾਸਤੇ ਵਧੀਆ ਕੰਮ ਕਰਨਗੇ, ਪਰ ਸਾਨੂੰ ਲੱਗ ਨਹੀਂ ਰਿਹਾ, ਹੈ ਨਾ। ਵਾਅਦੇ ਬਹੁਤ ਕੀਤੇ ਜਾ ਰਹੇ, ਉਹੀ ਗੱਲ ਵੀ ਐਲਾਨ ਮੰਤਰੀ ਵਾਲਾ ਕੰਮ ਹੋਇਆ ਪਿਆ, ਹੈ ਨਾ। ਸਾਨੂੰ ਵੀ ਇਹ ਲੱਗਦਾ ਵੀ ਐਲਾਨ ਮੰਤਰੀ ਨਾ ਕਿਤੇ ਬਣ ਕੇ ਰਹਿ ਜਾਣ, ਤੇ ਇਹਦੇ ਉੱਤੇ ਦੇਖਿਆ ਜਾਵੇ, ਗੌਰ ਕੀਤਾ ਜਾਵੇ। ਜੇ ਤੁਸੀਂ ਗੌਰ ਕਰੋਗੇ, ਹੈ ਨਾ, ਇਹਨਾਂ ਨੂੰ ਆ ਕੇ ਇਹਨਾਂ ਨਾਲ ਗੱਲਬਾਤ ਤਾਂ ਕਰਕੇ ਵੇਖੋ। ਤੁਹਾਡੇ ਕੋਲ ਡਾਟਾ ਪਿਆ ਸਾਰਾ, ਪੰਜਾਬ ਦੇ ਉੱਤੇ ਜਾ ਕੇ ਵੇਖੋ, ਇਹਨਾਂ ਸਾਰਿਆਂ ਦਾ ਡਾਟਾ ਪਿਆ ਹੋਊਗਾ, ਤੁਸੀਂ ਚੱਕ ਲਓ, ਤੁਸੀਂ ਚੱਕੋ ਤਾਂ ਸਹੀ, ਤੁਹਾਨੂੰ ਪਤਾ ਲੱਗ ਜੂ ਕਿੰਨੇ ਡਰਾਇੰਗ ਟੀਚਰ ਬੈਠੇ ਨੇ। ਇੱਕ 2-2 3-3 ਪਹਿਲਾਂ ਹੁੰਦਾ ਸੀ, ਐਕਸਪੀਰੀਅੰਸ ਵੀ ਬਣ ਜਾਂਦਾ ਸੀ, ਹੁਣ ਤਾਂ ਲੋੜ ਹੀ